अस्सलामु अलैकुम वरहमतुल्लाहि वबरकातुहू। नाज़रीन, आज चार जो है वो चीज़ों पर बात होगी। उसमें एक क्रिकेट है, एक पाकिस्तान की पॉलिटिक्स के हवाले से है और जो कि हमेशा ही होती है। तीसरी जो है वो खबर बरतानिया से है और ये है उन लोगों से रिलेटेड जो कि स्पाउस वीज़े स्पाउस वीज़े के थ्रू अपनी बीवी या हस्बैंड को बुलाना चाहते हैं, उसका इस्तेमाल करते हुए। और चौथा जो है वो एक जनरल सी बात है। अच्छा, पहले आ जाते हैं सियासत से। सियासत से इसका आगाज़ करते हैं और ये आज बात होगी पंजाबी में, क्योंकि जिसकी मैं बात करने लगा वो सारी बातें पंजाबी में हो रही थी सियासत से रिलेटेड, तो उसी में ही मज़ा है, इसलिए पंजाबी में बात होगी। तो ये गल कुछ इस तरह की ऐसी कुछ देर पहले 8 लड़के बैठे से, वो खाने तो बाद हस्ब मामूल सियासत की गल शुरू होगी कि जी कुछ उच्च इमरान खान दे हमायती सन। खान साहब ने तो कुछ जेह्ड़ा वो जनरल पब्लिक सी, जेह्ड़े कि तुसीं ये कह लो कि हमायती किसी दे नहीं सी, सिर्फ खान साहब दे खिलाफ सन, ਜਿਹੜੀ ਉਹਦੀ ਗੱਲਾਂ ਤੋਂ ਇਹਨੂੰ ਅੰਦਾਜ਼ਾ ਹੋਇਆ ਹੈ। ਮੈਂ ਦੇਖਿਆ ਹੈ ਉਹਦੀ ਗੁਫ਼ਤਗੂ ਵਿੱਚ, ਜਿੰਨੀ ਵੀ ਗੁਫ਼ਤਗੂ ਕੀਤੀ ਹੈ, ਜਿਹੜੇ ਖਾਨ ਸਾਹਿਬ ਦੇ ਮੁਖਾਲਫਿਨ ਸਨ ਨਾ, ਉਹਨਾਂ ਕੋਲ ਕੋਈ ਹੋਰ ਦਲੀਲ ਨਹੀਂ ਸੀ ਹੈ, ਸਿਰਫ ਇੱਕ ਹੀ ਸੀ ਕਿ ਖਾਨ ਸਾਹਿਬ ਦੀ ਮੁਖਾਲਫਤ ਕਰਨਾ। ਜਦੋਂ ਉਹਨੂੰ ਤੁਸੀਂ ਪੁੱਛਦੇ ਹੋ ਕਿ ਕਿਹੜਾ ਠੀਕ ਹੈ ਇਸ ਤੋਂ ਇਲਾਵਾ, ਤਾਂ ਉਹ ਕਹਿੰਦੇ ਕਿ ਫੌਜ ਵੀ ਗਲਤ ਹੈ, ਅਦਾਲਤਾਂ ਵੀ ਗਲਤ ਨੇ, ਇਲੈਕਸ਼ਨ ਕਮਿਸ਼ਨ ਵੀ ਗਲਤ ਹੈ, ਨੂਨ ਲੀਗ ਵੀ ਗਲਤ ਹੈ, ਪੀਪਲ ਪਾਰਟੀ ਵੀ ਗਲਤ ਹੈ, ਸਭ ਗਲਤ ਨੇ। ਠੀਕ ਹੈ, ਇਹ ਲੁਟੇਰੇ, ਇਹਦਾ ਸਭ ਕੁਛ ਕੀਤਾ, ਇਨਸਾਫ ਨਹੀਂ ਹੈ, ਲੋਕਾਂ ਨੂੰ ਜਿਹੜਾ ਉਹ ਜ਼ੁਲਮ ਕਰਦੇ ਨੇ, ਬਿਲਾ ਵਜ੍ਹਾ ਪਰੇਸ਼ਾਨੀਆਂ ਦਿੰਦੇ ਨੇ। ਤੇ ਜਦੋਂ ਉਹਨੂੰ ਪੁੱਛੀਦਾ ਹੱਲ ਕੀ ਹੈ, ਕਹਿੰਦੇ ਜੀ ਹੱਲ ਇਹ ਕਿ ਸਾਰੇ ਇਕੱਠੇ ਬਹਿ ਜਾਣ ਮਿਲ ਕੇ, ਇਹੀ ਹੱਲ ਹੈ। ਤੇ ਜਦੋਂ ਤੁਸੀਂ ਉਹਨੂੰ ਪੁੱਛਦੇ ਜੀ ਖਾਨ ਸਾਹਿਬ ਦਾ ਕੀ ਹੈ, ਜੀ ਖਾਨ ਸਾਹਿਬ ਯੂ ਟਰਨ ਲਏ ਨੇ। ਜੀ ਖਾਨ ਸਾਹਿਬ ਜਿਹੜੇ ਨੇ ਫੌਜੀਆਂ ਨੂੰ ਜਿਹੜਾ ਨਾ ਉਹ ਆਰਮੀ ਨੂੰ ਉਹਨਾਂ ਬੜਾ ਅੱਛਾ ਕੀਤਾ, ਐਕਸਪੋਜ਼ ਕੀਤਾ ਹੈ। ਠੀਕ ਹੈ, ਲੇਕਿਨ ਇਹਨੇ ਫਿਰ ਆਰਮੀ ਨੂੰ ਇਸਤੇਮਾਲ ਕਰਨਾ ਹੈ, ਤੇ ਉਹਨਾਂ ਦੇ ਸਿਰ ਤੇ ਆਉਣਾ ਹੈ ਜਾਂ ਡੀਲ ਮੰਗ ਰਹੇ ਨੇ ਜਾਂ ਉਹਨਾਂ ਨੂੰ ਸਮਝਾਇਆ ਹੈ। ਉਹਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਕੁਛ ਵਿੱਚ ਮੈਂ ਵੀ ਆਪਣੀ ਇਜ਼ਹਾਰ ਰਾਏ ਕੀਤਾ ਹੈ। ਪਰ ਉਹਨੇ ਕਿਹਾ ਕਿ ਯਾਰ ਦੇਖੋ, ਜਿਹੜੇ ਨਿਜ਼ਾਮ ਦੇ ਵਿੱਚ ਅਦਲ ਦਾ ਨਿਜ਼ਾਮ ਖਤਮ ਹੋ ਜਾਂਦਾ ਹੈ ਨਾ, ਮੇਰੀ ਜ਼ਾਤੀ ਰਾਏ ਹੈ, ਜਿਹੜੇ ਮੁਆਸ਼ਰੇ ਵਿੱਚ ਅਦਲ ਦਾ ਨਿਜ਼ਾਮ ਇਨਸਾਫ ਨਹੀਂ ਹੁੰਦਾ, ਉਹ ਮੁਆਸ਼ਰੇ ਤਬਾਹ ਹੋ ਜਾਂਦੇ ਨੇ। ਠੀਕ ਹੈ, ਤੇ ਮੈਂ ਕਿਹਾ ਸਾਡੇ ਪਾਕਿਸਤਾਨ ਦੇ ਵਿੱਚ ਫਿਲਹਾਲ ਇਹੀ ਮਸਲਾ ਹੈ ਕਿ ਅਦਲ ਇਨਸਾਫ ਨਹੀਂ ਹੈ। ਅੱਲਾਹ ਤਾਲਾ ਤੋਂ ਬਾਅਦ ਜ਼ਮੀਨ 'ਤੇ ਇਨਸਾਫ ਕਰਨ ਵਾਸਤੇ ਜੱਜ ਨੇ, ਜਿੱਦਾਂ ਹਲਫ ਲਏ ਨੇ, ਉਸ ਲਏ ਨੇ ਆਪਣੇ, ਲੇਕਿਨ ਉਹਦੇ ਬਾਵਜੂਦ ਵੀ ਕੀ ਹੈ ਕਿ ਇਨਸਾਫ ਦੇ ਤਕਾਜ਼ੇ ਪੂਰੇ ਨਹੀਂ ਕਰਦੇ। ਠੀਕ ਹੈ, ਇਹ ਤਾਂ ਇੱਕ ਲੰਬੀ ਬਹਿਸ ਹੋ ਸਕਦੀ ਹੈ, ਲੇਕਿਨ ਫਿਲਹਾਲ ਛੋਟਾ ਰਸ ਕਰਨ ਵਾਸਤੇ ਕਿ ਹੋਰਾਂ ਚੀਜ਼ਾਂ ਦੀ ਗੱਲ ਹੋ ਰਹੀ ਹੈ ਕਿ ਇਨਸਾਫ ਦੇ ਤਕਾਜ਼ੇ ਪੂਰੇ ਕਰਦੇ। ਇਨਸਾਫ ਬਲਕਿ ਸਾਡੇ ਮੁਲਕ 'ਚ ਕੀ ਕਹਿੰਦੇ ਸਨ ਪਾਕਿਸਤਾਨ 'ਚ ਕਿ ਯਾਰ ਦੂਸਰੀ ਪਾਰਟੀ ਦਾ ਵਕੀਲ ਖਰੀਦ ਲਓ। ਹੁਣ ਲੋਕ ਕਹਿੰਦੇ ਕਿ ਯਾਰ ਦਫਾ ਮਾਰੋ ਵਕੀਲ ਨੂੰ, ਥੋੜ੍ਹੇ ਪੈਸੇ ਹੋਰ ਪਾ ਕੇ ਸਿੱਧਾ ਜੱਜ ਖਰੀਦ ਲਓ। ਠੀਕ ਹੈ, ਉਹਦੀ ਵਜ੍ਹਾ ਹੈ ਕਿ ਜੱਜ ਵਿਕਦੇ ਨੇ, ਜਿੱਦਾਂ ਕੁਰਾਨ ਕਰੀਮ 'ਤੇ ਹਲਫ ਲਿਆ ਹੈ। ਠੀਕ ਹੈ, ਇਹਦਾ ਕਿ ਅਸੀਂ ਅਦਲ ਦਾ ਇਨਸਾਫ ਦੇ ਤਕਾਜ਼ੇ ਪੂਰੇ ਕਰਦੇ ਹੋਏ ਆਇਨ ਨੂੰ ਦੇਖਦੇ ਹੋਏ ਜਿਹੜਾ ਫੈਸਲਾ ਕਰਾਂਗੇ। ਸਭ ਤੋਂ ਵੱਡੀ ਵਜ੍ਹਾ ਤਾਂ ਇਹ। ਠੀਕ ਹੈ, ਇੱਕ ਮੈਂ ਦੂਸਰਾ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਇੱਕ ਤਾਂ ਇਹ ਵਜ੍ਹਾ ਹੋਈ, ਦੂਸਰਾ ਆਵਾਮ ਜਿਹਨੂੰ ਮੁੰਤਖਬ ਕਰ ਲੇ, ਜੋ ਤੁਸੀਂ ਆਵਾਮ ਨੂੰ ਇਜ਼ਹਾਰ ਦਾ ਫੈਸਲਾ ਦਿੱਤਾ ਹੈ, ਮੌਕਾ ਦਿੱਤਾ ਹੈ ਕਿ ਉਹਦਾ ਫੈਸਲਾ ਮੰਨਿਆ ਜਾਏਗਾ, ਜਿਹਨੂੰ ਮੁੰਤਖਬ ਕਰ ਲੇ ਉਹ ਚੁੱਪ-ਚਾਪ ਉਹਨੂੰ ਉਹਦੀ ਸੀਟ 'ਤੇ ਬਿਠਾ ਲਓ। ਠੀਕ ਹੈ, ਉਹ ਗਲਤ ਹੈ ਸਹੀ ਹੈ, ਕਿਉਂਕਿ ਉਹਨੂੰ ਫਿਰ ਆਵਾਮ ਨੇ ਮੁੰਤਖਬ ਕੀਤਾ, ਤੁਸੀਂ ਉਹਨੂੰ ਹੱਕ ਦਿੱਤਾ ਹੈ। ਉਹਨੇ ਆਵਾਮ ਨੂੰ ਆਪਣੀਆਂ ਗੱਲਾਂ ਦੇ ਥਰੂ ਦੱਸਿਆ ਕਿ ਮੈਂ ਕੀ ਕਰਾਂਗਾ ਜਾਂ ਮੈਂ ਕੀ ਕੀਤਾ, ਅਤੇ ਆਵਾਮ ਨੇ ਜਿਹਦੇ ਮਨਸ਼ੂਰ ਨੂੰ ਤਸਲੀਮ ਕੀਤਾ, ਉਹਨੂੰ ਵੋਟ ਪਾ ਦਿੱਤਾ, ਤੁਸੀਂ ਉਹਦਾ ਹੱਕ ਮੰਨੋ। ਮੈਂ ਕਿਹਾ ਸਾਡੇ ਪਾਸੇ 'ਚ ਦੋਨੋਂ ਚੀਜ਼ਾਂ ਨਹੀਂ ਹਨ। ਠੀਕ ਹੈ, ਜਿਹਨੂੰ ਉੱਤੇ ਬੈਠੇ ਜਿਹੜੇ ਨੇ ਲੋਕ ਨੇ ਉਹ ਸਪੋਰਟ ਕਰਦੇ ਨੇ, ਜਿਹਨੂੰ ਲਿਆ ਚਾਹੁੰਦੇ ਉਹਨੂੰ ਚੁੱਕ ਕੇ ਲੈ ਜਾਂਦੇ ਨੇ, ਅਤੇ ਜਿਹਨੂੰ ਸੁੱਟਣਾ ਸੁੱਟ ਦਿੰਦੇ ਨੇ। ਠੀਕ ਹੈ, ਇੱਕ ਗੱਲ ਤਾਂ ਇਹ ਹੋ ਗਈ ਜਿਹੜੀ ਉਹਨੂੰ ਮੈਂ ਕਰਕੇ ਯਾਰ ਇਹ ਵਜ੍ਹਾ ਹੈ ਜੋ ਮੈਂ ਸਮਝਦਾ। ਠੀਕ ਹੈ, ਕਿ ਇੱਕ ਤਾਂ ਅਦਲ ਦਾ ਨਿਜ਼ਾਮ ਖਤਮ ਹੋ ਗਿਆ, ਕਾਇਮ ਹੋਵੇ। ਠੀਕ ਹੈ, ਦੂਸਰਾ ਹੈ ਕਿ ਜਿਹਨੂੰ ਆਵਾਮ ਮੁੰਤਖਬ ਕਰੇ ਉਹ ਆਵੇ, ਉਹ ਆਪਣੀ ਪਰਫਾਰਮੈਂਸ ਦੇਵੇ। ਜਿਹੜਾ ਉਹ ਟਾਈਮ ਪੀਰੀਅਡ 4 ਸਾਲ ਹੈ 5 ਸਾਲ, ਜਿਹੜਾ ਮੁੰਤਖਬ ਹੈ 5 ਸਾਲ,
ਉਸ ਤੋਂ ਬਾਅਦ ਤੁਸੀਂ ਨਵੇਂ ਪਾਸੇ ਚੱਲ ਜਾਓ। ਹਾਂ, ਜਿਨ੍ਹਾਂ ਦੇ ਕਰਪਸ਼ਨ ਦੇ ਜਾਂ ਚੋਰੀਆਂ ਡਕੈਤੀ ਕੀਤੇ ਨੇ ਉਹਨਾਂ ਸਭ ਨੂੰ ਦੀ ਸਜ਼ਾ ਮਿਲੇ। ਨਾ ਹੱਕ ਕਿਸੇ ਦਾ ਨਾ ਹੋਵੇ, ਲੇਕਿਨ ਗੱਲ ਉਹੀ ਕਿ ਅਦਲ ਦੇ ਪੈਮਾਨੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਉਹਦੇ ਮੁਤਾਬਿਕ ਜਿਹੜਾ ਨਾ ਉਹ ਦੇਖਿਆ ਜਾਵੇ ਉਹਦੇ ਕੇਸਿਸ ਨੂੰ। ਇੱਕ ਤਾਂ ਇਹ ਚੀਜ਼ ਹੈ ਕਿ ਉਦੋਂ ਜਦੋਂ ਮੈਂ ਫਿਰ ਉਹਨੂੰ ਬਾਰ-ਬਾਰ ਪੁੱਛੋ ਠੀਕ ਹੈ ਕਿ ਮੇਰਾ ਕਰਪਟ ਹੈ ਨਹੀਂ ਕਰਪਟ, ਅਸੀਂ ਸ਼ੌਕਤ ਖਾਨ ਨੂੰ ਪੈਸੇ ਦਿੰਦੇ, ਅਸੀਂ ਸ਼ੌਕਤ ਖਾਨ ਨੂੰ ਪੈਸੇ ਦਿੰਦੇ ਹਾਂ। ਜਦੋਂ ਪੁੱਛੋ ਜੀ ਨੂਨ ਲੀਗ ਸਹੀ है नहीं चोर ने, पीपल पार्टी सही नहीं चोर ने, अच्छा जी कौन सही है जी कोई भी सही नहीं है। ठीक है जी। ਖਾਨ ਸਾਹਿਬ ਤੋਂ ਹੋਰ ਕੋਈ ਗੱਲ ਨਹੀਂ ਲੱਭਦੀ ਹੈ ਸਿਵਾਏ ਜੀ ਉਸ ਪਾਰ ਬਜ਼ਾਰ ਨੂੰ ਲਗਾਤਾ ਹੈ। ਠੀਕ ਹੈ, ਬੁਸ਼ਾ ਬੀਬੀ ਸਭ ਦੀ ਗੱਲਾਂ ਬਾਤਦੇ ਨੇ ਜੀ ਠੀਕ ਹੈ। ਤੇ ਜੀ ਆ ਜੀ ਆਰਮ ਦੇ ਸਿਰ ਤੇ ਆਏ ਸਨ, ਉਹ ਮੈਂ ਕਿਹਾ ਜੀ ਸਾਰੇ ਉਹਨਾਂ ਦੇ ਸਿਰ ਤੇ ਆਏ ਨੇ ਪਹਿਲੀ ਦਫਾ, ਲੇਕਿਨ ਦੇਖੋ ਕਿੰਨੇ ਸਿੱਖਿਆ ਹੈ। ਬਾਕੀ ਪਾਰਟੀਆਂ ਤਿੰਨ ਤਿੰਨ ਦਫਾ ਉਹਨਾਂ ਦੇ ਸਿਰ ਤੇ ਆਈਆਂ ਨੇ ਠੀਕ ਹੈ, ਤੇ ਫਿਰ ਉਹਦੇ ਸਿਰ ਤੇ ਆਉਣ ਦੀ ਕੋਸ਼ਿਸ਼ ਕਰਦੀਆਂ ਨੇ। ਉਹ ਬੰਦਾ ਇੱਕ ਦਫਾ ਆਇਆ ਹੈ, ਠੀਕ ਹੈ, ਉਹਨੇ ਦੇਖਿਆ ਕਿ ਯਾਰ ਮੈਂ ਗਲਤੀ ਹੋਈ ਹੈ। ਇੱਕ ਦਫਾ ਵੀ ਇਸ ਤਰ੍ਹਾਂ ਹੈ ਕਿ ਚਲੋ ਕੁਛ ਸੀਟਾਂ ਦੀ ਲੋੜ ਸੀ, ਉਹਨੇ ਜਿੱਤੇ ਹੋਏ ਲੋਕ ਨਾਲ ਮਿਲਾਏ ਨੇ ਜਾਂ ਉਹਨਾਂ ਬੁਲਵਾ ਕੇ ਦਿੱਤੇ ਨੇ। ਠੀਕ, ਉਹਨੇ ਇਹ ਨਹੀਂ ਕੀਤਾ ਕਿ ਜਿਹੜੇ ਲੋਕ ਹਰੇ ਨੇ ਤਾਂ ਬੁਰੇ ਤਰੀਕੇ ਨਾਲ ਹਰੇ ਨੇ ਉਹਨਾਂ ਨੂੰ ਜਿਤਾ ਲਓ ਠੀਕ ਹੈ, ਤੇ ਜਿਹੜੇ ਜਿੱਤੇ ਉਹਨਾਂ ਨੂੰ ਹਰਾ ਲਓ। ਇਹ ਜਿਹੜੀ ਉਹਨੇ ਕੀਤਾ ਹੈ, ਜਿਹੜੇ ਲੋਕ ਜਿੱਤੇ ਸਨ ਉਹਨੂੰ ਜਿਹੜੀ ਉਹਦੇ 10-12 ਸੀਟਾਂ ਚਾਹੀਦੀਆਂ ਸਨ ਠੀਕ ਹੈ, ਉਹ ਲੋਕ ਉਹਦੇ ਨਾਲ ਮਿਲਾਏ ਨੇ ਠੀਕ ਹੈ, ਤੇ ਬੁਲਵਾਏ ਜਿੱਤੇ ਹੋਏ ਲੋਕ ਨੇ, ਹਰੇ ਲੋਕਾਂ ਨੂੰ ਨਹੀਂ ਲਿਆ ਹੈ। ਫਿਰ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਕਿ ਨਹੀਂ ਯਾਰ ਇਹ ਕੰਮ ਗਲਤ ਹੋਇਆ ਠੀਕ ਹੈ, ਤੇ ਉਦੋਂ ਉਹਨੇ ਆਪਣੀ ਕਰੈਕਸ਼ਨ ਦੀ ਜਿਹੜਾ ਉਹਨੂੰ ਤਸੀਹ ਕਰਨ ਦੀ ਦੁਰਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਨਾਬ ਠੀਕ ਹੈ। ਤੇ ਉਹਦਾ ਇਹਨਾਂ ਨੂੰ ਸਭ ਦੇ ਸਾਹਮਣੇ ਐਕਸਪੋਜ਼ ਕਰਤਾ ਕਿ ਅਸਲ 'ਚ ਕਰਦੇ ਕੀ ਨੇ ਠੀਕ ਹੈ। ਇਹ ਜੋ ਤੁਹਾਨੂੰ ਲਿਆਉਂਦੇ ਨੇ ਜਾਂ ਜੋ ਤੁਹਾਡੇ ਨਾਲ ਬਹਿੰਦੇ ਨੇ ਤੁਹਾਨੂੰ ਲੱਗਦਾ ਕਿ ਸਾਡੇ ਸਾਥ ਦੇ ਰਹੇ ਨੇ, ਲੇਕਿਨ ਵਿੱਚੋਂ ਵਿੱਚ ਤੁਹਾਡੀ ਜੜ੍ਹਾਂ ਕੱਟ ਹੁੰਦੇ ਨੇ। ਜਦੋਂ ਵੇਖਦੇ ਨੇ ਬੰਦਾ ਸਾਡੇ ਮੁਤਾਬਿਕ ਨਹੀਂ ਹੈ ਤੇ ਉਹਦੀ ਜੜ੍ਹਾਂ ਕੱਟਣ ਲੱਗ ਪੈਂਦੇ ਨੇ। ਉਹ ਕੱਢਦੇ ਇਸ ਤਰ੍ਹਾਂ ਕਿ ਦੂਜੇ ਮੁਖਾਲਫੀ ਨਾਲ ਮਿਲਦੇ ਨੇ, ਉਹਨੂੰ ਆਪਣੇ ਕੋਲ ਬੁਲਾਉਂਦੇ ਨੇ ਠੀਕ ਹੈ, ਤੇ ਉਹ ਦੱਸਦੇ ਵੀ ਹਾਂਜੀ ਅਸੀਂ ਉੱਥੋਂ ਪਿੱਛੇ ਹਟ ਗਏ ਆ ਠੀਕ ਹੈ, ਤੇ ਹੁਣ ਅਸੀਂ ਤੁਹਾਡੇ ਨਾਲ ਮਿਲੇਗੇ, ਤੁਸੀਂ ਕਰੋ ਜੋ ਕਰਨਾ ਹੈ। ਤੇ ਇਹ ਗੱਲ ਉਹਨੂੰ ਮੈਂ ਦੱਸੀ ਕਿ ਇਹ ਨਿਜ਼ਾਮ ਹੈ, ਇਸ ਨਿਜ਼ਾਮ ਨੂੰ ਖਤਮ ਹੋਣਾ ਚਾਹੀਦਾ ਹੈ। ਫਿਰ ਜਿਹੜਾ ਪਾਕਿਸਤਾਨ ਹੈ ਉਹ ਤਰੱਕੀ ਕੁਛ ਕਰ ਸਕਦਾ ਹੈ, ਵਰਨਾ ਆਸਾਰ ਨਜ਼ਰ ਨਹੀਂ ਆਉਂਦੇ। ਇਹ ਤੁਸੀਂ ਭੁੱਲ ਜਾਓ ਕਿ ਤਿੰਨੋਂ ਆਪਸ 'ਚ ਬਹਿ ਕੇ ਕੋਈ ਗੱਲ ਕਰ ਸਕਦੇ ਨੇ। ਕਿਉਂ? ਵਜ੍ਹਾ ਹੈ ਕਿ ਇੱਕ ਚੀਜ਼ ਤੇ ਉਹ ਜਿੱਦ ਨਾਲ ਤੁਸੀਂ ਉਹ ਜਿਹੜੇ ਚੋਰੀਆਂ ਦੇ ਪਈਆਂ ਨੇ ਉਹਦੇ ਫੈਸਲੇ ਨਹੀਂ ਹੋਣਗੇ, ਉਹਨਾਂ ਨੂੰ ਉਹਦੀ ਸਜ਼ਾਵਾਂ ਨਹੀਂ ਮਿਲੇਗੀ ਕਿ ਜੋ ਬਹਿ ਜਾ ਸਕਦਾ ਹੈ। ਦੂਸਰਾ ਪਬਲਿਕ ਜਿਹਨੂੰ ਤੁਸੀਂ ਦੱਸਦੇ ਜੇ ਕਿ ਯਾਰ ਇਹ ਚੋਰ ਨੇ, ਇਹ ਤਾਂ ਸਾਬਤ ਹੋ ਚੁੱਕੇ ਨੇ, ਇਹ ਇਹਨਾਂ ਦੇ ਕੇਸਿਸ ਪਏ ਨੇ, ਉਹ ਪਬਲਿਕ ਤੁਹਾਨੂੰ ਕਿਵੇਂ ਸਪੋਰਟ ਕਰਦੀ? ਕਿਉਂਕਿ ਭਾਈ ਜੀ ਤੁਸੀਂ ਤਾਂ ਉਹਨਾਂ ਦੇ ਨਾਲ ਜਾ ਕੇ ਮਿਲ ਗਏ ਜੀ, ਤੁਸੀਂ ਵੀ ਉਹਨਾਂ ਮਗਰੇ ਜੀ ਨਾ। ਸਾਨੂੰ ਤੁਸੀਂ ਜਿਹੜਾ ਟਰੱਕ ਦੀ ਬੱਤੀ ਪਿੱਛੇ ਲਾ ਕੇ ਆਪ ਤੁਸੀਂ ਉਹਨਾਂ ਨਾਲ ਬਹਿ ਰਹੇ ਜੀ, ਸਭ ਕੁਛ ਕਰਦੇ ਪਏ ਜੀ ਠੀਕ ਹੈ। ਦੂਸਰੀ ਗੱਲ ਇਹ ਇਸ ਲਈ ਉਹ ਹੋਣਾ ਜਿਹੜਾ ਨਾ ਉਹ ਉੱਦਾਂ ਮੁਮਕਿਨ ਹੈ। ਉਹ ਫਿਰ ਤੁਸੀਂ ਇਸ ਤਰ੍ਹਾਂ ਲੱਗੇ ਰਹੋ ਜੀ ਬਹਿ ਜਾਣ ਲੇਕਿਨ ਬਹਿ ਨਹੀਂ ਸਕਦੇ। ਇਸ ਲਈ ਕਿੱਸਾ ਇੱਥੇ ਖ਼ਤਮ ਹੋ ਜਾਂਦਾ ਹੈ ਕਿ ਇਹ ਤਿੰਨੋਂ ਆਪਸ 'ਚ ਮਿਲ ਕੇ ਨਹੀਂ ਬਹਿ ਸਕਦੇ ਜਦ ਤੱਕ ਹਰ ਬੰਦੇ ਨੂੰ ਉਹਦੇ ਜੁਰਮ ਦੀ ਸਜ਼ਾ ਨਾ ਮਿਲ ਜਾਵੇ ਤੇ ਉਸ ਤੋਂ ਬਾਅਦ ਉਹ ਤੋਬਾ ਕਰ ਲੈ, ਮਾਫੀ ਮੰਗ ਲੈ, ਤਾਂ ਫਿਰ ਸੋਚਿਆ ਜਾ ਸਕਦਾ ਹੈ। ਅੱਛਾ ਇਹ ਗੱਲ ਹੋਈ ਖਾਨ ਸਾਹਿਬ ਦੇ ਬਾਰੇ 'ਚ। ਖਾਨ ਸਾਹਿਬ ਹੁਣ ਆ ਰਹੇ ਨੇ, ਬਾਹਰ ਨਹੀਂ ਆ ਰਹੇ, ਇਹ ਵੀ ਹੁਣ ਮੁਜ਼ਾਕਰਾ ਚੱਲਦੇ ਪਏ ਨੇ। ਪਰ ਮੇਰਾ ਅੰਦਾਜ਼ਾ ਹੈ, ਜੋ ਮੈਨੂੰ ਲੱਗਦਾ ਹੈ ਕਿ ਕੁਛ ਦਿਨ ਮੁਜ਼ਾਕਰਾ ਦਾ ਹਾਸਲ ਹਸੂਲ ਹੋਣਾ ਠੀਕ ਹੈ। ਜੋ ਉਹ ਚਾਹ ਰਹੇ ਨੇ ਉਹ ਇਹਨਾਂ ਕਰਨਾ ਕੋਈ ਨਹੀਂ ਠੀਕ ਹੈ ਹਕੂਮਤ ਨੇ। ਤੇ ਇਸ ਲਈ ਕੋਈ ਬਸ ਇਹ ਅਫਵਾਹਾਂ ਉੱਡੀਆਂ ਰਹਿਣੀਆਂ ਕਿ ਡੀਲ ਹੋ ਰਹੀ, ਡੀਲ ਹੋ ਰਹੀ, ਡੀਲ ਹੋ ਰਹੀ, ਐਸਾ ਕੁਛ ਨਹੀਂ ਹੋ ਰਿਹਾ। ਜਿਹੜੇ ਬੰਦੇ ਨੇ ਤਕਰੀਬਨ ਪੂਰੇ 2 ਸਾਲ ਜਿਹੜੇ ਨੇ ਉਹ ਜੇਲ੍ਹ 'ਚ ਕੱਢ ਲਏ ਨੇ ਠੀਕ ਹੈ। ਜਿਹੜੇ 2 ਸਾਲ ਐਸਾ ਜੇਲ੍ਹ 'ਚ ਕੱਢ ਲਿਆ ਹੈ, ਉਹਨੂੰ ਹੁਣ ਜਿਹੜਾ ਨਾ ਉਹ ਫਿਕਰ ਨਹੀਂ ਹੈ ਕਿ ਮੈਂ ਹੋਰ 6 ਮਹੀਨੇ ਕੱਢਾਂਗਾ ਜਾਂ ਸਾਲ ਕੱਢਾਂਗਾ। ਕਿਉਂ? ਤੁਸੀਂ ਜੋ ਨਵੀਂ ਜਗ੍ਹਾ 'ਤੇ ਜਾਂਦੇ ਜੇ ਨਾ, ਉਹ ਸ਼ੁਰੂ ਤੁਹਾਨੂੰ ਮੁਸ਼ਕਿਲ ਲੱਗਦੀ ਹੈ ਠੀਕ ਹੈ। ਉਸ ਤੋਂ ਬਾਅਦ ਇਨਸਾਨ ਐਡਜਸਟ ਹੋ ਜਾਂਦਾ ਹੈ। ਜੇਲ੍ਹ 5-7 ਦਿਨ, 10 ਦਿਨ, 15 ਦਿਨ, 20 ਦਿਨ, ਮਹੀਨਾ ਬੰਦਾ ਔਖਾ ਹੁੰਦਾ ਹੈ, ਬਾਅਦੋਂ ਬੰਦਾ ਉਸ ਮਾਹੌਲ ਦੇ ਮੁਤਾਬਿਕ ਐਡਜਸਟ ਕਰ ਲੈਂਦਾ ਆਪਣੇ ਆਪ ਨੂੰ ਠੀਕ ਹੈ। ਤੇ ਫਿਰ ਉਹਨੂੰ ਇੰਨੀ ਫਿਕਰ ਨਹੀਂ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਐਡਜਸਟ ਹੋ ਜਾਂਦਾ ਹੈ। ਤੁਸੀਂ ਗਾਓਂ 'ਚੋਂ ਸ਼ਹਿਰ 'ਚ ਆਓ, ਸ਼ਹਿਰ 'ਚੋਂ ਗਾਓਂ 'ਚ ਜਾਓ, ਅੱਛੇ ਸਕੂਲ 'ਚੋਂ ਮਾੜੇ ਸਕੂਲ 'ਚ ਜਾਓ, ਮਾੜੇ ਸਕੂਲ 'ਚੋਂ ਅੱਛੇ ਸਕੂਲ 'ਚ ਜਾਓ। ਤੁਸੀਂ ਸ਼ੁਰੂ 'ਚ ਤੁਹਾਨੂੰ ਕੁਛ ਦਿਨ ਲੱਗਣਗੇ, ਉਸ ਤੋਂ ਬਾਅਦ ਤੁਸੀਂ ਮਾਹੌਲ 'ਚ ਐਡਜਸਟ ਹੋ ਜਾਓਗੇ, ਫਿਰ ਤੁਹਾਨੂੰ ਕੋਈ ਮਸਲਾ ਨਹੀਂ ਹੈ। ਤੇ ਇਹੀ ਹਿਸਾਬ ਹੈ ਇੱਥੇ ਵੀ। ਅਸੀਂ ਉਹ ਉਹਨਾਂ ਨੂੰ ਇਹ ਫਿਕਰ ਨਹੀਂ ਹੈ ਕਿ ਮੈਂ ਮਹੀਨੇ ਬਾਅਦ ਆਵਾਂ, 2 ਮਹੀਨੇ ਬਾਅਦ ਆਵਾਂ, 6 ਮਹੀਨੇ ਬਾਅਦ ਆਵਾਂ ਠੀਕ ਹੈ। ਅਗਰ ਜਿਸ ਅਦਾਲਤਾਂ ਨੇ ਬਿਲਕੁਲ ਰਿਹਾ ਕਰਤਾ ਸੀ, ਉਸਦੇ ਬਾਵਜੂਦ ਵੀ ਅਗਲੇ ਦਿਨ 11-15 ਕੇਸ ਹੋਰ ਬਣਾ ਦਿੱਤੇ, ਤਾਂ ਉਹਦਾ ਮਤਲਬ ਇਹੀ ਹੈ ਕਿ ਇਹ ਲੋਕ ਚਾਹੁੰਦੇ ਨਹੀਂ ਕਿ ਉਹ ਬਾਹਰ ਆਉਣ ਠੀਕ ਹੈ, ਕਿਸੇ ਨਾ ਕਿਸੇ ਤਰ੍ਹਾਂ ਅੰਦਰ ਰੱਖਣਾ ਚਾਹੁੰਦੇ ਨੇ। ਇਹ ਤਾਂ ਗੱਲ ਹੋਈ ਖਾਨ ਸਾਹਿਬ ਤੇ ਮੈਂ ਦੱਸਿਆ ਸੀ ਉਹਨਾਂ 8 ਲੜਕੀਆਂ ਦੀ ਕਿ ਇਹ ਚੀਜ਼ ਸੀ ਜਿਹੜਾ ਉਹ ਕਹਿ ਰਹੇ ਸਨ ਵਿੱਚ ਕੋਈ 2-3 ਜਿਹੜੇ ਖਾਨ ਸਾਹਿਬ ਦੀ ਸਾਈਡ ਲਿਆ ਰਹੇ ਸਨ, ਬਾਕੀ ਕਹਿ ਰਹੇ ਸੀ ਜੀ ਗਲਤ ਹੈ, ਬਾਕੀ ਵੀ ਗਲਤ ਹੈ, ਇਹ ਵੀ ਗਲਤ ਹੈ। ਤੇ ਮੈਂ ਕਿਹਾ ਦੇਖੋ ਜੀ,
ਜਿਹੜਾ ਘੱਟ ਗਲਤ ਉਹਨੂੰ ਚੁੱਕ ਲਓ। ਕਿਸੇ ਨੂੰ ਤਾਂ ਆਖਰ ਵੋਟ ਪਾਉਣਾ ਜੇ ਨਾ, ਕਿਹਨੂੰ ਪਾਉਣਾ ਜੇ ਤੂੰ ਫਰਿਸ਼ਤੇ ਅਸਮਾਨ ਤੋਂ ਲੱਥ ਕੇ ਆ ਗਏ। ਜਿਹੜਾ ਤੁਹਾਨੂੰ ਜੋ ਘੱਟ ਗਲਤ ਲੱਗਦਾ ਪਿਆ ਹੈ ਉਹਨੂੰ ਤੁਸੀਂ ਚੁੱਕ ਲਓ। ਠੀਕ ਹੈ, ਉਹਨੂੰ ਆਵਾਮ ਨੇ ਮਿਲ ਕੇ ਚੁੱਕਿਆ ਹੈ ਤਾਂ ਬਾਹਰ ਦੀ ਆਪਣੀ ਆਪਣੀ ਮਰਜ਼ੀ ਹੈ, ਲੇਕਿਨ ਆਮ ਤੌਰ ਤੇ ਬੰਦਾ ਇਹੀ ਵੇਖਦਾ ਕਿ ਜਿਹੜਾ ਬੰਦਾ ਘੱਟ ਵਾਲਾ ਤੇ ਜਾਂ ਜਿਹੜਾ ਸਭ ਤੋਂ ਇਹ ਜਿਹੜੇ ਚੰਗੇ ਬੈਠੇ ਜਿਹੜਾ ਸਭ ਤੋਂ ਜ਼ਿਆਦਾ ਚੰਗਾ ਉਹਨੂੰ ਚੁੱਕ ਲਓ। ਤੇ ਜਿਹੜੇ ਸਾਰੇ ਗੁਨਾਹਗਾਰ ਬੈਠੇ ਜਿਹੜੇ ਘੱਟ ਗੁਨਾਹਗਾਰ ਉਹਨੂੰ ਚੁੱਕ ਲਓ। ਕਿਸੇ ਇੱਕ ਨੂੰ ਚੁੱਕਣਾ ਹੈ, ਉਸ ਤੋਂ ਬਗੈਰ ਤਾਂ ਹੱਲ ਕੋਈ ਨਹੀਂ ਹੈ। ਉਸ ਤੋਂ ਬਗੈਰ ਤਾਂ ਇਹੀ ਹੈ ਜੋ ਕੁਛ ਹੋ ਰਿਹਾ। ਇਹ ਤੇ ਪਹਿਲੀ ਗੱਲ ਹੈ। ਦੂਸਰੀ ਗੱਲ ਜਿਹੜੀ ਨਾ ਉਹ ਕ੍ਰਿਕਟ ਤੋਂ ਰਿਲੇਟਿਡ ਹੈ ਤੇ ਮੈਂ ਬੜਾ ਜਗ੍ਹਾ ਤੋਂ ਮਹਿਜ਼ੂਜ਼ ਹੁੰਦਾ ਅੱਜ ਕੱਲ੍ਹ ਖਾਸ ਤੌਰ ਤੇ ਕਿ ਇੰਡੀਅਨ ਟੀਮ ਇੰਨਾ ਪੈਸਾ ਲਗਾਉਂਦੀ ਹੈ, ਸਭ ਕੁਛ ਹੈ, IPL ਕਰਵਾਉਂਦੀ ਹੈ, ਆਪਣੇ ਕੋਲ ਫੱਟਾ ਵਿਕਟਾ ਬਣਾ ਕੇ 600 ਮਾਰ ਲੈਣਾ, 200 ਕੱਢ ਲੈਣਾ। ਜੇ ਕੋਹਲੀ ਮਾਰਦਾ ਪਿਆ ਇਹ ਹੋ ਰਿਹਾ ਹੈ, ਸ਼ਰਮਾ ਸਾਹਿਬ ਮਾਰ ਰਹੇ ਨੇ, ਔਰ ਆਸਟ੍ਰੇਲੀਆ ਕੇ ਪੁੱਠੀ ਹੋਈਆਂ ਪਈਆਂ ਨੇ ਕੋਹਲੀਆਂ ਸਾਰੀਆਂ ਦੀਆਂ। ਠੀਕ ਹੈ, ਕਿਸੇ ਕੋਲ ਕੁਛ ਨਹੀਂ ਹੋ ਰਿਹਾ। ਅਗਲੇ ਉਹਦੀਆਂ ਵਿਕਟਾਂ ਹੀ ਐਸੇ ਨੇ ਤੇ ਸਭ ਨੂੰ ਪਤਾ ਹੈ ਕਿ ਉੱਥੇ ਬਾਊਂਸੀ ਟਰੈਕ ਹੁੰਦੇ ਨੇ, ਅਗਲੇ ਮੂੰਹ ਬਾਲਾਂ ਮਾਰਦੇ ਪਏ ਨੇ ਉਹਨਾਂ ਦੇ। ਠੀਕ ਹੈ, ਤੇ ਇਹਨਾਂ ਨੂੰ ਹਿੱਲਿਆ ਨਹੀਂ ਜਾ ਰਿਹਾ ਹੈ। ਹੁਣ ਤੁਸੀਂ ਵੇਖੋ ਜੀ ਕੋਹਲੀ ਸਭ ਕੀ ਕਰਦੇ ਪਏ ਨੇ 68 ਤੇ 17, ਯਾਨੀ ਕਿ ਸਵਾਏ ਉਹ ਬੈਟਸਮੈਨ ਜਿਹੜਾ ਥੋੜ੍ਹਾ ਅਗਰੈਸਿਵ ਹੈ ਉਹੀ ਚੱਲਦਾ ਪਿਆ। ਬਾਕੀ ਕੋਹਲੀ ਸਾਹਿਬ ਪੁੱਠੇ ਹੋ ਕੇ ਛਾਲਾਂ ਮਾਰਦੇ ਪਏ ਨੇ, ਸਿਰਫ ਇਹੀ ਹੈ ਗੱਲਾਂ ਕਰ ਲਈਆਂ ਕੁੱਦ ਲਿਆ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੋ ਰਿਹਾ ਹੈ। ਤੇ ਬੁਰੇ ਤਰੀਕੇ ਨਾਲ ਫੈਂਟਾ ਲਾ ਰਹੇ ਨੇ। ਉਹ ਦੱਸਦੇ ਪਏ ਨੇ ਕਿ ਭਾਈ ਬਾਲਿਕ ਹੁੰਦੀ ਕੀ 185 ਤੱਕ ਪੂਰੀ ਬੈਟਿੰਗ ਲਾਈਨ ਸੁੱਟ ਕੇ ਰੱਖਤੀ। ਠੀਕ ਹੈ, ਪਿੱਛੋਂ ਦੇ 155 ਦਾ 6 ਆਊਟ ਹੋ ਗਏ ਨੇ, ਲੇਕਿਨ ਉਹ ਇਹਨਾਂ ਤੋਂ ਬਿਹਤਰ ਉਹਨੇ ਫਿਰ ਰਹਿ ਜਾਣਾ ਤੇ ਮੈਨੂੰ ਲੱਗਦਾ ਕਿ ਇਹ ਮੈਚ ਉਹਨਾਂ ਕੱਢ ਜਾਣਾ ਜੋ ਹਾਲਾਤ ਨਜ਼ਰ ਆ ਰਹੇ ਨੇ। ਕਿਉਂਕਿ ਅਗਰ ਉਹ 50-60 ਦੀ ਵੀ ਲੀਡ ਲੈ ਗਏ ਤੇ ਇਹਨਾਂ ਨੂੰ ਉਹਨਾਂ ਬਾਅਦ ਹਿੱਲਣ ਨਹੀਂ ਦੇਣਾ ਜਿਸ ਤਰ੍ਹਾਂ ਮੈਨੂੰ ਲੱਗਦਾ ਹੈ। ਇਸ ਲਈ ਇੱਥੇ ਇੰਡੀਅਨ ਜਿਹੜੇ ਸ਼ੌਕੀਨ ਉਹ ਵੀ ਬੜੇ ਹੈਰਾਨ ਨੇ ਕਿ ਕੋਹਲੀ ਸਾਹਿਬ ਕਰਦੇ ਕੀ ਨੇ ਗਰਾਊਂਡ 'ਚ। ਠੀਕ ਹੈ, ਅਗਰ ਬੈਟ ਤੂੰ ਆਪਣੀ ਬੈਟ ਤੋਂ ਪਰਫਾਰਮੈਂਸ ਦੇ ਯਾਰ, ਤੂੰ ਐਡਾ ਵੱਡਾ ਪਲੇਅਰ ਹੈ। ਠੀਕ ਹੈ, ਤੂੰ ਇਹ ਛੋਰੀ ਹਰਕਤਾਂ ਕਰਦਾ ਪਿਆ ਬੱਚਿਆਂ ਵਾਲੀਆਂ। ਠੀਕ ਹੈ, ਔਰ ਤੁਹਾਨੂੰ 19 ਸਾਲ ਦੇ ਬੱਚੇ ਨੇ ਕੁੱਟਿਆ ਹੈ ਤੇ ਤੂੰ ਉਹ ਜਾ ਕੇ ਅੰਦਰ ਟੱਕਰਾ ਮਾਰੇਗਾ, ਇੰਝ ਕਰੇਗਾ ਹੁਣ। ਠੀਕ ਹੈ, ਬੈਟ ਨਾ ਬੋਲੋ ਨਾ, ਬਾਲਰ ਬਾਲ ਨਾ ਬੋਲੇ, ਉਹ ਤੁਹਾਨੂੰ ਬੋਲਤੀ ਬੰਦ ਕਰਤੀ ਤਾਂ ਤੁਸੀਂ ਉਹ ਛੋਰੀਆਂ ਹਰਕਤਾਂ ਉੱਤਰ ਆਏ ਜੇ। ਠੀਕ ਹੈ, ਬਿਲਕੁਲ ਜਿਹੜੇ ਨਾ ਕਹਿੰਦੇ ਨੇ ਬੱਚਿਆਂ ਲਈ ਕ੍ਰਿਕਟ ਤੁਸੀਂ ਖੇਡਣੀ ਸ਼ੁਰੂ ਕਰਤੀ ਹੈ, ਕੁੱਦਣਾ ਸ਼ੁਰੂ ਕਰਤਾ ਗਰਾਊਂਡ ਦੇ ਵਿੱਚ। ਠੀਕ ਹੈ, ਉਹ ਹੱਲ ਕੋਈ ਨਹੀਂ ਹੈ। ਫਿਜ਼ੀਕਲ ਕਿਤੇ ਵੀ ਜਿਹੜਾ ਨਾ ਉਹ ਉਹਨੂੰ ਕਿਤੇ ਵੀ ਸਪੋਰਟ ਨਹੀਂ ਕੀਤਾ ਜਾਂਦਾ। ਹਾਂ, ਤੁਸੀਂ ਮੂੰਹ ਨਾਲ ਜ਼ਬਾਨ ਨਾਲ ਉੱਥੇ ਕਰੋ ਜਾਂ ਆਪਣੇ ਬੈਟ ਬਾਲ ਨਾਲ ਬੋਲੋ, ਪਤਾ ਲੱਗੇ। ਠੀਕ ਹੈ, ਬਲਕਿ ਜ਼ਬਾਨ ਦਾ ਵੀ ਅੱਛਾ, ਆਪਣੇ ਜ਼ਬਾਨ ਦਾ ਵੀ ਨਹੀਂ ਬੋਲਦਾ ਉਹ, ਆਪਣੀ ਹਮੇਸ਼ਾ ਆਪਣੀ ਬੈਟ ਤੋਂ ਪਰਫਾਰਮੈਂਸ ਦਿੰਦਾ ਜਾਂ ਬਾਲਰ ਬਾਲ ਦਾ ਪਰਫਾਰਮੈਂਸ ਦਿੰਦਾ। ਹਰ ਟੀਮ ਜਿਹਨੇ ਇੱਕ ਦੁੱਕੇ ਰੱਖੇ ਹੁੰਦੇ ਜਿਹਨਾਂ ਦਾ ਕੰਮ ਦਾ ਬਸ ਬੋਲੀ ਰੱਖਣਾ ਫਜ਼ੂਲ ਹੀ। ਠੀਕ ਹੈ, ਲੇਕਿਨ ਏਡੇ ਵੱਡੇ ਪਲੇਅਰ ਨੂੰ ਜ਼ੇਬ ਨਹੀਂ ਦਿੰਦਾ ਹੈ। ਤੇ ਕੋਹਲੀ ਸਾਹਿਬ ਨੂੰ ਸਿੱਖਣਾ ਚਾਹੀਦਾ ਕਿ ਕੈਰੀਅਰ ਦੇ ਖਿਤਾਬ ਦੀ ਤਰਫ ਜਾ ਰਹੇ ਨੇ। ਹੋਰ 4 5 ਸਾਲ ਦੀ ਕ੍ਰਿਕਟ ਹੋਰ ਹੋਏਗੀ ਤੇ ਅਗਰ ਇਹ ਆਪਣੀ ਕ੍ਰਿਕਟ ਨੂੰ ਬਿਹਤਰ ਤਰੀਕੇ ਨਾਲ ਖਤਮ ਕਰਨ ਨਾ ਕਿ ਉਹ ਜੋ ਨਿਊਜ਼ ਦਾ ਹਿੱਸਾ ਬਣਦੇ ਪਏ ਨੇ, ਜੋ ਸ਼ੌਕੀਨ ਉਹਦਾ ਕਰਦੇ ਪਏ ਨੇ। ਠੀਕ ਹੈ, ਏਡਾ ਗੁੱਸਾ ਜਿਹੜਾ ਨਾ ਉਹ ਬੰਦਾ ਘਰ ਖਾਂਦਾ ਜਾ ਕੇ, ਬਾਹਰ ਵਾਲੇ ਗੁੱਸਾ ਨਹੀਂ ਚੱਲਣ ਦਿੰਦੇ, ਬਾਹਰ ਵਾਲੇ ਮੂੰਹ ਤੇ ਮਾਰਦੇ ਨੇ ਤੇ ਉਹ ਤੁਹਾਡੇ ਮਾਰਦੇ ਪਏ ਨੇ ਅਗਲੇ। ਠੀਕ ਹੈ, ਤੁਹਾਡੇ ਸਾਰੀ ਜਿਹੜੀ ਹੈ ਨਾ ਕਿ ਅਸੀਂ ਬੜੇ ਹੈ ਵਾ ਉਹਨਾਂ ਕੱਢ ਕੇ ਸਾਈਡ ਤੇ ਰੱਖਤੀ ਹੈ। ਅੱਛਾ ਜੀ, ਤੀਸਰੀ ਗੱਲ ਜਿਹੜੀ ਹੈ ਉਹ ਇਹ ਕਿ ਉਹ ਲੋਕ ਖਾਸ ਤੌਰ ਤੇ, ਇਹ ਮੈਂ ਬਰਤਾਨੀਆ ਦੀ ਗੱਲ ਕਰਦਾ ਪਿਆ ਕਿਉਂਕਿ ਮੈਂ ਬਰਤਾਨੀਆ ਦੀ ਖਬਰ ਪੜ੍ਹੀ ਸੀ ਕਿ ਜਿਹੜੇ ਲੋਕ ਬਰਤਾਨੀਆ ਵਿੱਚ ਰਹਿੰਦੇ ਨੇ ਉਹ ਲੜਕੇ ਨੇ ਲੜਕੀਆਂ ਨੇ ਤੇ ਉਹ ਪਾਕਿਸਤਾਨ ਸ਼ਾਦੀ ਕਰਦੇ ਨੇ ਤੇ ਉਹ ਆਪਣੇ ਸਪਾਊਸ ਨੂੰ ਉੱਥੋਂ ਸਪਾਂਸਰ ਕਰਦੇ ਨੇ। ਉਹਨਾਂ ਵਾਸਤੇ ਕੋਈ ਖਾਸ ਅੱਛੀ ਖਬਰ ਨਹੀਂ ਹੈ। ਉਹਦੀ ਵਜ੍ਹਾ ਹੈ ਕਿ ਸਾਲ 2023 ਦੇ ਵਿੱਚ ਜਿਹੜਾ ਹੈ ਤਕਰੀਬਨ ਤੁਸੀਂ ਗੱਲ ਕੋਈ 18,500 19,000 ਜ਼ਿਆਦਾ ਉਹਨੇ ਰੱਖੀ ਸੀ ਇਹ ਤਨਖਾਹ।